प्यारे बच्चों, ਅੱਜ ਆਪਾਂ ਸਮਾਜਿਕ ਸਿੱਖਿਆ ਵਿਸ਼ੇ ਦੇ ਵਿੱਚ 8ਵੀਂ ਜਮਾਤ ਦਾ 10ਵਾਂ ਪਾਠ ਕਰਨ ਜਾ ਰਹੇ ਹਾਂ। ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ। ਇਸ ਪਾਠ ਦਾ ਪਹਿਲਾ ਭਾਗ ਵਪਾਰਵਾਦ ਅਤੇ ਵਪਾਰ ਯੁੱਧ ਅਸੀਂ ਪਿਛਲੀ ਵੀਡੀਓ ਵਿੱਚ ਕਰ ਚੁੱਕੇ ਹਾਂ। ਅੱਜ ਅਸੀਂ ਇਸ ਦਾ ਦੂਸਰਾ ਭਾਗ ਅੰਗਰੇਜ਼ੀ ਈਸਟ ਇੰਡੀਆ ਕੰਪਨੀ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਭਾਰਤ ਦੇ ਵਿੱਚ ਕਿਵੇਂ ਪਹੁੰਚ ਰਹੀ ਹੈ ਅਤੇ ਕਿਸ ਤਰੀਕੇ ਨਾਲ ਉਸਨੇ ਇੱਥੇ ਵਿਕਾਸ ਕੀਤਾ, ਆਪਣੇ ਪੈਰ ਜਮਾਏ ਅਤੇ ਭਾਰਤ ਦਾ ਰਾਜ ਭਾਗ ਹਾਸਿਲ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ। ਸੋ ਇਹ 172 ਸਾਲਾਂ ਦਾ ਜਿਹੜਾ ਪੀਰੀਅਡ ਸੀਗਾ, ਉਸ ਦੇ ਵਿੱਚ ਉਹਨਾਂ ਨੇ ਕਿਵੇਂ ਸਫਲਤਾਵਾਂ ਪ੍ਰਾਪਤ ਕੀਤੀਆਂ, ਆਪਾਂ ਇਸ ਭਾਗ ਦੇ ਵਿੱਚ ਇਹ ਵਿਚਾਰ ਚਰਚਾ ਕਰਾਂਗੇ। ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਪਹੁੰਚਣ ਤੋਂ ਪਹਿਲਾਂ ਪੁਰਤਗਾਲੀ ਸਾਡੇ ਦੇਸ਼ ਵਿੱਚ ਪਹੁੰਚ ਚੁੱਕੇ ਸੀਗੇ। ਵਾਸਕੋ ਡੀ ਗਾਮਾ 1498 ਦੇ ਵਿੱਚ ਭਾਰਤ ਦੇ ਵਿੱਚ ਪਹੁੰਚ ਚੁੱਕਿਆ ਸੀ। ਵਾਸਕੋ ਡੀ ਗਾਮਾ ਪੁਰਤਗਾਲ ਤੋਂ ਚੱਲ ਕੇ ਸਾਡੇ ਦੇਸ਼ ਵਿੱਚ 10.5 ਮਹੀਨਿਆਂ ਦੇ ਸਫ਼ਰ ਰਾਹੀਂ ਸਮੁੰਦਰੀ ਰਸਤੇ ਦੇ ਰਾਹੀਂ ਸਾਡੇ ਦੇਸ਼ ਵਿੱਚ ਪਹੁੰਚਦਾ ਹੈ। ਇਹ ਇੱਕ ਬਹੁਤ ਵੱਡੀ ਇਤਿਹਾਸਕ ਘਟਨਾ ਸੀ ਜਿਸ ਨੇ ਭਾਰਤ ਨੂੰ ਯੂਰਪ ਦੇ ਨਾਲ ਸਮੁੰਦਰੀ ਰਸਤੇ ਦੇ ਰਾਹੀਂ ਜੋੜਿਆ। ਕੋਈ ਵੀ ਯੂਰਪੀ ਦੇਸ਼ ਅਫਰੀਕਾ ਪਾਰ ਕਰਕੇ ਭਾਰਤ ਨਹੀਂ ਆਇਆ ਸੀ ਸਮੁੰਦਰੀ ਰਸਤੇ ਦੇ ਰਾਹੀਂ। ਸੋ ਵਾਸਕੋ ਡੀ ਗਾਮਾ ਦਾ ਇਹ ਇੱਕ ਇਤਿਹਾਸਕ ਕਦਮ ਸੀ ਜਿਹੜਾ ਉਹ ਸਮੁੰਦਰੀ ਰਸਤੇ ਦੇ ਰਾਹੀਂ ਭਾਰਤ ਦੇ ਵਿੱਚ ਪਹੁੰਚਿਆ। ਇਸ ਕੰਮ ਦੇ ਲਈ ਉਸਨੂੰ 170 ਵਿਅਕਤੀ ਉਹ ਆਪਣੇ ਨਾਲ ਲੈ ਕੇ ਚੱਲ ਰਿਹਾ ਹੈ, ਪਰੰਤੂ ਵਾਪਸੀ ਦੇ ਸਮੇਂ ਉਸ ਦੇ ਨਾਲ ਉਹ 170 ਵਿਅਕਤੀਆਂ ਦੇ ਵਿੱਚੋਂ ਸਿਰਫ 54 ਵਿਅਕਤੀ ਸੀਗੇ ਜਿਹੜੇ ਜੀਵਤ ਰਹੇ। ਸੋ ਇੱਕ ਬਹੁਤ ਵੱਡਾ ਜੋਖਮ ਭਰਿਆ ਕੰਮ ਸੀਗਾ ਜਿਹੜਾ ਵਾਸਕੋ ਡੀ ਗਾਮਾ ਨੇ ਕੀਤਾ। ਵਾਸਕੋ ਡੀ ਗਾਮਾ ਸਾਡੇ ਦੇਸ਼ ਦੇ ਵਿੱਚ 3 ਵਾਰ ਆਇਆ, 1497-98 ਦੇ ਵਿੱਚ, ਫਿਰ 1502 ਅਤੇ 3 ਦੇ ਦੌਰਾਨ, ਫਿਰ 1524 ਦੇ ਦੌਰਾਨ, ਅਤੇ 1524 ਦੇ ਵਿੱਚ ਹੀ ਉਸ ਦੀ ਭਾਰਤ ਦੇ ਵਿੱਚ ਹੀ ਮੌਤ ਹੋਈ। ਸੋ ਅੱਜ ਆਪਾਂ ਆਪਣਾ ਅੱਜ ਦਾ ਜੋ ਟੌਪਿਕ ਹੈ ਹੁਣ ਉਹ ਸ਼ੁਰੂ ਕਰੀਏ। ਉਸ ਤੋਂ ਬਾਅਦ ਦੇ ਵਿੱਚ ਪੁਰਤਗਾਲੀਆਂ ਤੋਂ ਬਾਅਦ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਡੱਚ ਆਏ, ਫਰਾਂਸੀਸੀ ਆਏ ਅਤੇ ਫਿਰ ਅੰਗਰੇਜ਼ ਆਏ। ਈਸਟ ਇੰਡੀਆ ਕੰਪਨੀ ਇੱਕ ਵਪਾਰੀ ਦੇ ਤੌਰ ਦੇ ਉੱਤੇ ਸਾਡੇ ਦੇਸ਼ ਦੇ ਵਿੱਚ ਪਹੁੰਚ ਰਹੀ ਹੈ ਅਤੇ ਬਾਅਦ ਦੇ ਵਿੱਚ ਉਸਨੇ ਰਾਜ ਭਾਗ ਹਾਸਲ ਕਰ ਲਿਆ। ਈਸਟ ਇੰਡੀਆ ਕੰਪਨੀ ਦੀ ਜੇ ਆਪਾਂ ਸ਼ੁਰੂਆਤ ਦੇਖੀਏ ਤਾਂ ਉਹ 31 ਦਸੰਬਰ 1600 ਈਸਵੀ ਨੂੰ ਹੋ ਰਹੀ ਹੈ। ਇਸ ਦੀ ਸਥਾਪਨਾ 31 ਦਸੰਬਰ 1600 ਈਸਵੀ ਨੂੰ ਇੱਕ ਗਰੁੱਪ ਸੀਗਾ ਵਪਾਰੀਆਂ ਦਾ ਇੰਗਲੈਂਡ ਦੇ ਵਿੱਚ, ਜਿਸ ਦਾ ਨਾਮ ਸੀਗਾ ਮਰਚੈਂਟ ਐਡਵੈਂਚਰਸ। ਮਹਾਰਾਣੀ ਐਲਿਜ਼ਾਬੈਥ ਨੇ ਇਸ ਗਰੁੱਪ ਨੂੰ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਅਤੇ ਭਾਰਤ ਦੇ ਨਾਲ ਵਪਾਰ ਕਰਨ ਦੇ ਲਈ 15 ਸਾਲ ਦਾ ਏਕਾਧਿਕਾਰ ਦਿੱਤਾ। ਏਕਾਧਿਕਾਰ ਤੋਂ ਭਾਵ ਕੋਈ ਵੀ ਹੋਰ ਵਪਾਰੀਆਂ ਦਾ ਗਰੁੱਪ ਭਾਰਤ ਦੇ ਨਾਲ ਵਪਾਰ ਕਰਨ ਨਹੀਂ ਆ ਸਕਦਾ। ਸਿਰਫ ਤੇ ਸਿਰਫ ਈਸਟ ਇੰਡੀਆ ਕੰਪਨੀ ਹੀ ਭਾਰਤ ਦੇ ਨਾਲ ਵਪਾਰ ਕਰਨ ਆ ਸਕਦੀ ਹੈ। ਸੋ ਇਹ ਮਹਾਰਾਣੀ ਐਲਿਜ਼ਾਬੈਥ ਨੇ 15 ਸਾਲ ਦੇ ਵਾਸਤੇ ਈਸਟ ਇੰਡੀਆ ਕੰਪਨੀ ਨੂੰ ਵਪਾਰ ਕਰਨ ਦਾ ਏਕਾਧਿਕਾਰ ਦਿੱਤਾ। ਸੋ ਭਾਰਤ ਦੇ ਨਕਸ਼ੇ ਦੇ ਵਿੱਚ ਅਸੀਂ ਦੇਖ ਰਹੇ ਹਾਂ ਸੂਰਤ ਗੁਜਰਾਤ ਦਾ ਇੱਕ ਬੰਦਰਗਾਹ ਨਗਰ ਹੈ, ਜਿੱਥੇ ਅੰਗਰੇਜ਼ ਸਭ ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਪਹੁੰਚ ਰਹੇ ਹਨ। ਜਿਸ ਤਰ੍ਹਾਂ ਪੁਰਤਗਾਲੀ ਕਾਲੀਕਟ ਪਹੁੰਚੇ ਸੀ, ਉਸੇ ਤਰੀਕੇ ਨਾਲ ਅੰਗਰੇਜ਼ ਸਭ ਤੋਂ ਪਹਿਲਾਂ ਸੂਰਤ ਦੇ ਵਿੱਚ ਪਹੁੰਚਦੇ ਹਨ। ਸੂਰਤ ਦੇ ਸਥਾਨ ਦੇ ਉੱਤੇ ਉਹ ਆਪਣਾ ਵਪਾਰ ਕਰਨਾ ਸ਼ੁਰੂ ਕਰਦੇ ਹਨ। ਸੂਰਤ ਇੱਕ ਬੰਦਰਗਾਹ ਨਗਰ, ਜਿੱਥੇ ਬ੍ਰਿਟਿਸ਼ ਸਭ ਤੋਂ ਪਹਿਲਾਂ, ਅੰਗਰੇਜ਼ ਸਭ ਤੋਂ ਪਹਿਲਾਂ ਵਪਾਰ ਕਰਨ ਦੇ ਵਾਸਤੇ ਭਾਰਤ ਦੇ ਵਿੱਚ ਪਹੁੰਚਦੇ ਹਨ। ਫਿਰ 1608 ਦੇ ਵਿੱਚ ਕੈਪਟਨ ਹਾਕਿੰਸ ਜਹਾਂਗੀਰ ਦੇ ਦਰਬਾਰ ਵਿੱਚ ਪੇਸ਼ ਹੁੰਦਾ ਹੈ
ਇੱਥੇ ਵਪਾਰ ਕਰਨ ਦੀ ਮਨਜ਼ੂਰੀ ਲੈਣ ਦੇ ਵਾਸਤੇ, ਕਿਉਂਕਿ ਉਹਨਾਂ ਨੂੰ ਬਹੁਤ ਤਰ੍ਹਾਂ ਦੇ ਕਰ ਦੇਣੇ ਪੈਂਦੇ ਸਨ ਵਪਾਰ ਕਰਨ ਦੇ ਲਈ। ਸੋ ਉਹਨਾਂ ਕਰਾਂ ਤੋਂ ਛੋਟ ਲੈਣ ਵਾਸਤੇ ਅਤੇ ਨਵੀਆਂ ਫੈਕਟਰੀਆਂ ਦੀ ਸਥਾਪਨਾ ਕਰਨ ਦੇ ਵਾਸਤੇ ਉਹ ਜਹਾਂਗੀਰ ਦੇ ਦਰਬਾਰ ਵਿੱਚ ਪੇਸ਼ ਹੁੰਦਾ ਹੈ। ਪਰੰਤੂ ਉਸ ਸਮੇਂ ਡੱਚ, ਪੁਰਤਗਾਲੀ ਇਹਨਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਸੀ। ਸੋ ਜਹਾਂਗੀਰ ਨੇ ਕੋਈ ਵੀ ਮਨਜ਼ੂਰੀ 1608 ਵਿੱਚ ਉਹਨਾਂ ਨੂੰ ਵਪਾਰ ਸੰਬੰਧੀ ਨਾ ਦਿੱਤੀ, ਸਹੂਲਤ ਨਾ ਦਿੱਤੀ। ਪਰੰਤੂ ਬਾਅਦ ਦੇ ਵਿੱਚ ਜਾ ਕੇ ਉਹਨਾਂ ਨੂੰ ਇੱਕ ਫੈਕਟਰੀ ਲਗਾਉਣ ਦੀ ਇਜਾਜ਼ਤ ਜ਼ਰੂਰ ਮਿਲ ਗਈ ਤੇ ਉਹ ਫੈਕਟਰੀ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦੀ ਫੈਕਟਰੀ ਸਭ ਤੋਂ ਪਹਿਲਾਂ ਸੂਰਤ ਦੇ ਵਿੱਚ ਸਥਾਪਿਤ ਹੋਈ, ਜੋ 1613 ਦੇ ਵਿੱਚ ਜਾ ਕੇ ਲੱਗ ਗਈ। ਸੋ ਇਹ 3 ਸਾਲ ਨੇ ਜਿਹੜੇ ਸਾਨੂੰ ਯਾਦ ਰੱਖਣੇ ਹਨ। 1608 ਦੀ ਸ਼ੁਰੂਆਤ ਦੇ ਵਿੱਚ ਕੈਪਟਨ ਹਾਕਿੰਸ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਵਿੱਚ ਪੇਸ਼ ਹੁੰਦਾ ਹੈ। 1608 ਵਿੱਚ ਹੀ ਉਸ ਨੂੰ ਫਿਰ ਫੈਕਟਰੀ ਲਾਉਣ ਦੀ ਇਜਾਜ਼ਤ ਮਿਲ ਜਾਂਦੀ ਹੈ ਤੇ 1613 ਦੇ ਵਿੱਚ ਉਹ ਫੈਕਟਰੀ ਲੱਗ ਜਾਂਦੀ ਹੈ। ਉਸ ਤੋਂ ਬਾਅਦ ਦੇ ਵਿੱਚ ਕੰਪਨੀ ਦਾ ਪ੍ਰਤੀਨਿਧ ਸਰ ਥਾਮਸ रो ਮੁਗਲ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਵਿੱਚ ਫਿਰ ਪੇਸ਼ ਹੁੰਦਾ ਹੈ। ਇਹ ਦਰਬਾਰ ਅਜਮੇਰ ਵਿੱਚ ਲੱਗਿਆ ਹੋਇਆ ਸੀ ਅਤੇ ਸੂਰਤ ਦੇ ਵਿੱਚ ਦੁਬਾਰਾ ਫਿਰ ਉਹ ਵਪਾਰ ਕਰਨ ਦੀ ਇਜਾਜ਼ਤ ਮੰਗਦਾ ਹੈ। ਤਾਂ ਉਸ ਨੂੰ ਜੋ ਬਾਦਸ਼ਾਹ ਜਹਾਂਗੀਰ ਸੀਗੇ ਉਹਨਾਂ ਵੱਲੋਂ ਇਹ ਇਜਾਜ਼ਤ ਹੈ ਜਿਹੜੀ ਉਹ ਦੇ ਦਿੱਤੀ ਜਾਂਦੀ ਹੈ। ਫਿਰ ਜੋ ਕੰਪਨੀ ਹੈ ਉਹ ਦੱਖਣੀ ਭਾਰਤ ਵਾਲੇ ਪਾਸੇ ਨੂੰ ਵਧਣਾ ਸ਼ੁਰੂ ਹੁੰਦੀ ਹੈ। ਦੱਖਣ ਭਾਰਤ ਦੇ ਵਿੱਚ ਗੋਲਕੁੰਡਾ ਰਾਜ ਚੱਲ ਰਿਹਾ ਹੁੰਦਾ ਹੈ। ਉੱਥੇ ਹੀ ਕੰਪਨੀ ਹੈ ਜੋ ਉਹ ਆਪਣੀਆਂ ਬਸਤੀਆਂ ਸਥਾਪਿਤ ਕਰਨ ਦੇ ਵਿੱਚ ਸਫਲ ਹੋਣ ਲੱਗਦੀ ਹੈ। 1640 ਦੇ ਵਿੱਚ ਇਹ ਕੰਪਨੀ ਮਦਰਾਸ ਵੱਲ ਨੂੰ ਚਲਦੀ ਹੈ। ਮਦਰਾਸ ਦੇ ਵਿੱਚ ਬਹੁਤ ਹੀ ਵਧੀਆ ਕਿਸਮ ਦਾ ਜੋ ਕੱਪੜਾ ਸੀਗਾ ਉੱਥੇ ਤਿਆਰ ਹੁੰਦਾ ਸੀ। ਭਾਰਤ ਦੇ ਜੋ ਜੁਲਾਹਾ ਪਰਿਵਾਰ ਸਨ, ਜੋ ਕੱਪੜੇ ਬੁਣਨ ਦਾ ਕੰਮ ਕਰਦੇ ਸਨ, ਉਹਨਾਂ ਦਾ ਕੱਪੜੇ ਦਾ ਮੁੱਲ ਜਾਂ ਉਹਨਾਂ ਦੇ ਕੱਪੜੇ ਦੀ ਮੰਗ ਵਿਦੇਸ਼ਾਂ ਵਿੱਚ ਬਹੁਤ ਜ਼ਿਆਦਾ ਸੀ। ਸੋ ਇਸ ਚੀਜ਼ ਨੂੰ ਵੇਖਦੇ ਹੋਏ ਜੋ ਈਸਟ ਇੰਡੀਆ ਕੰਪਨੀ ਦੇ ਵਪਾਰੀ ਸਨ, ਉਹਨਾਂ ਨੇ ਮਦਰਾਸ ਨੂੰ ਵੀ ਆਪਣੀ ਬਸਤੀ ਬਣਾਉਣ ਦਾ ਫੈਸਲਾ ਲਿਆ ਅਤੇ 1640 ਦੇ ਵਿੱਚ ਉਹਨਾਂ ਨੇ ਮਦਰਾਸ ਦੇ ਵਿੱਚ ਇੱਕ ਦਫ਼ਤਰ ਦਾ ਜਿਹੜਾ ਸਥਾਨ ਹੈ ਉਹ ਵੀ ਚੁਣ ਲਿਆ ਅਤੇ ਇਸ ਨੂੰ ਇੱਕ ਮਹੱਤਵਪੂਰਨ ਬੰਦਰਗਾਹ ਪੋਰਟ ਬਣਾ ਲਿਆ। ਫਿਰ ਉੱਥੇ ਉਹਨਾਂ ਨੇ ਇੱਕ ਆਪਣਾ ਕਿਲਾ ਵੀ ਸਥਾਪਿਤ ਕੀਤਾ ਜਿਸ ਦਾ ਨਾਮ ਸੈਂਟ ਜਾਰਜ ਰੱਖਿਆ ਗਿਆ। ਮਦਰਾਸ ਦੇ ਵਿੱਚ ਫੋਰਟ ਸੈਂਟ ਜਾਰਜ ਨਾਮ ਦਾ ਕਿਲਾ ਸਥਾਪਿਤ ਕੀਤਾ ਗਿਆ। ਫਿਰ ਉਸ ਤੋਂ ਬਾਅਦ ਦੇ ਵਿੱਚ ਕੰਪਨੀ ਕਲਕੱਤੇ ਵਾਲੇ ਪਾਸੇ ਨੂੰ ਵਧਦੀ ਹੈ। ਬੰਗਾਲ ਦੇ ਵਿੱਚ ਉਸ ਸਮੇਂ ਵਪਾਰ ਦਾ ਇੱਕ ਬਹੁਤ ਵੱਡਾ ਕੇਂਦਰ ਸੀਗਾ। ਈਸਟ ਇੰਡੀਆ ਕੰਪਨੀ ਦਾ ਇੱਕ ਏਜੰਟ ਜਿਸ ਦਾ ਨਾਮ ਜੌਬ ਚਾਰਨੌਕ ਸੀਗਾ, 1690 ਦੇ ਵਿੱਚ ਉਹ ਬੰਗਾਲ ਜਾਂਦਾ ਹੈ ਅਤੇ ਬੰਗਾਲ ਜਾ ਕੇ ਉਹ ਉੱਥੋਂ ਦੇ ਇੱਕ ਜ਼ਿਮੀਂਦਾਰ ਤੋਂ ਸੁਤਾਨੁਤੀ ਪਿੰਡ ਦੇ ਵਿੱਚ ਜਾ ਕੇ ਰਹਿਣ ਦੀ ਮਨਜ਼ੂਰੀ ਲੈਂਦਾ ਹੈ ਅਤੇ ਬਾਅਦ ਦੇ ਵਿੱਚ ਉਸ ਤੋਂ ਉਹ 3 ਪਿੰਡ ਦੀ ਜ਼ਮੀਨ ਹੈ ਜਿਹੜੀ ਉਹ ਖਰੀਦਦਾ ਹੈ। ਉਹ 3 ਪਿੰਡ ਕਿਹੜੇ ਸਨ? ਸੁਤਾਨੁਤੀ, ਕਲੀਕਾਤਾ, ਗੋਬਿੰਦਪੁਰਾ। ਇਹ 3 ਪਿੰਡਾਂ ਦੀ ਜ਼ਮੀਨ ਹੈ ਜਿਹੜੀ ਉਹ ਜੌਬ ਚਾਰਨੌਕ ਖਰੀਦ ਲੈਂਦਾ ਹੈ ਅਤੇ 1699 ਦੇ ਵਿੱਚ ਇਸ ਸ਼ਹਿਰ ਦੇ ਵਿੱਚ ਫਿਰ ਪ੍ਰੈਜ਼ੀਡੈਂਸੀ ਸ਼ਹਿਰ ਸੀਗਾ ਜਿਹੜਾ ਉਸ ਦੇ ਵਜੋਂ ਹੀ ਸਥਾਪਿਤ ਹੋ ਜਾਂਦਾ ਹੈ ਅਤੇ ਇਸ ਦਾ ਨਾਮ ਕਲਕੱਤਾ ਰੱਖਿਆ ਜਾਂਦਾ ਹੈ। 1772 ਦੇ ਵਿੱਚ ਜਾ ਕੇ ਬ੍ਰਿਟਿਸ਼ ਭਾਰਤ ਵੱਲੋਂ ਜੋ ਉਹਨਾਂ ਦਾ ਆਪਣਾ ਰਾਜ ਭਾਗ ਸੀਗਾ ਉਸ ਦੇ ਲਈ ਜੋ ਉਹਨਾਂ ਦਾ ਮੁੱਖ ਦਫ਼ਤਰ ਹੈ ਉਹ ਕਲਕੱਤਾ ਦੇ ਵਿੱਚ ਆ ਜਾਂਦਾ ਹੈ। ਆਪਣੀ ਰਾਜਧਾਨੀ ਦੇ ਤੌਰ ਤੇ ਉਹ ਕਲਕੱਤਾ ਨੂੰ ਬਣਾ ਲੈਂਦੇ ਹਨ ਅਤੇ ਫਿਰ ਇਹ ਸ਼ਹਿਰ ਉਦਯੋਗੀਕਰਨ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਕਰਦਾ ਜਾਂਦਾ ਹੈ। ਕਲਕੱਤਾ ਦੇ ਵਿੱਚ ਉਹਨਾਂ ਨੇ
ਫਿਰ ਕਿਲਾ ਵੀ ਬਣਾਉਂਦੇ ਹਨ, ਜਿਸ ਦਾ ਨਾਮ ਰੱਖਿਆ ਉਹਨਾਂ ਨੇ ਫੋਰਟ ਵਿਲੀਅਮ। ਇਹ ਬਹੁਤ ਵੱਡੀ ਇੱਕ ਸ਼ੁਰੂਆਤ ਸੀ ਈਸਟ ਇੰਡੀਆ ਕੰਪਨੀ ਵੱਲੋਂ। ਫਿਰ 1615 ਦੇ ਵਿੱਚ ਉਹਨਾਂ ਨੂੰ ਮਨਜ਼ੂਰੀ ਮਿਲਦੀ ਹੈ ਸੂਰਤ ਦੇ ਵਿੱਚ। ਹੌਲੀ ਹੌਲੀ ਉਹ ਮਦਰਾਸ ਪਹੁੰਚੇ, ਮਦਰਾਸ ਤੋਂ ਉਹ ਬੰਗਾਲ ਦੇ ਵਿੱਚ ਪਹੁੰਚ ਗਏ ਅਤੇ ਫਿਰ ਉਹ ਭਾਰਤ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਤੇ ਕਾਬਜ ਹੁੰਦੇ ਜਾ ਰਹੇ ਹਨ। ਤਾਂ 1717 ਦੇ ਵਿੱਚ ਇੱਕ ਹੋਰ ਮਹੱਤਵਪੂਰਨ ਘਟਨਾ ਵਾਪਰਦੀ ਹੈ ਕਿ ਮੁਗਲ ਬਾਦਸ਼ਾਹ ਫਰੁਖਸ਼ੀਰ ਤੋਂ ਉਹ 3000 ਸਾਲਾਨਾ ਕਰ ਦੇ ਬਦਲੇ ਬੰਗਾਲ, ਬਿਹਾਰ ਅਤੇ ਉੜੀਸਾ ਦੇ ਵਿੱਚ ਹੋਰ ਕੋਈ ਵੀ ਕਰ ਦਿੱਤੇ ਬਿਨਾਂ ਵਪਾਰ ਕਰਨ ਦਾ ਅਧਿਕਾਰ ਪ੍ਰਾਪਤ ਕਰ ਲੈਂਦੇ ਹਨ। ਉਹਨਾਂ ਨੇ 3000 ਰੁਪਇਆ ਪੂਰੇ ਸਾਲ ਦਾ ਦੇਣਾ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਜੋ ਇਲਾਕਾ ਬੰਗਾਲ, ਬਿਹਾਰ ਅਤੇ ਉੜੀਸਾ ਹੈ ਉਸ ਦੇ ਵਿੱਚ ਉਹਨਾਂ ਨੇ ਵਪਾਰ ਕਰਨ ਦੇ ਲਈ ਹੋਰ ਕੋਈ ਵੀ ਕਰ, ਅੰਦਰੂਨੀ ਕਰ ਕੋਈ ਵੀ ਨਹੀਂ ਦੇਣਾ ਸੀ ਈਸਟ ਇੰਡੀਆ ਕੰਪਨੀ ਨੇ। ਸੋ ਇੱਕ ਬਹੁਤ ਵੱਡਾ ਇਤਿਹਾਸਕ ਜੋ ਪੜਾਅ ਹੈ ਸਾਡੇ ਦੇਸ਼ ਦੇ ਵਿੱਚ ਇਹ ਵਾਪਰਦਾ ਹੈ। ਇਹ ਘਟਨਾ ਵਾਪਰਨ ਦੇ ਪਿੱਛੇ ਇੱਕ ਹੋਰ ਕਹਾਣੀ ਹੈ ਜੋ ਆਪਾਂ ਸਮਝੀਏ ਕਿ ਮੁਗਲ ਬਾਦਸ਼ਾਹ ਫਰੁਖਸ਼ੀਰ ਨੇ ਇੰਨੇ ਥੋੜੇ ਪੈਸਿਆਂ ਦੇ ਵਿੱਚ ਇੰਨੇ ਵੱਡੇ ਇਲਾਕੇ ਦੇ ਵਿੱਚ ਵਪਾਰ ਕਰਨ ਦੀ ਇਜਾਜ਼ਤ ਕਿਵੇਂ ਦੇ ਦਿੱਤੀ। ਤਾਂ ਉਸ ਸਮੇਂ ਕੀ ਹੋ ਰਿਹਾ ਹੈ, ਮੁਗਲ ਬਾਦਸ਼ਾਹ ਫਰੁਖਸ਼ੀਰ ਇੱਕ ਲੰਬੇ ਸਮੇਂ ਤੋਂ ਬਹੁਤ ਦਰਦਨਾਕ ਬਿਮਾਰੀ ਦਾ ਸ਼ਿਕਾਰ ਹਨ। ਤਾਂ ਉਹਨਾਂ ਦੇ ਕੋਲੇ ਇੱਕ ਇੰਗਲਿਸ਼ ਡਾਕਟਰ, ਅੰਗਰੇਜ਼ ਡਾਕਟਰ ਸਰਜਨ ਸੀਗਾ ਜੋ ਵਿਲੀਅਮ ਹੈਮਿਲਟਨ, ਉਹ ਮੁਗਲ ਬਾਦਸ਼ਾਹ ਦਾ ਇਲਾਜ ਕਰਦਾ ਹੈ ਅਤੇ ਉਸ ਦੇ ਵਿੱਚ ਉਸ ਨੂੰ ਸਫਲਤਾ ਵੀ ਮਿਲਦੀ ਹੈ। 1717 ਦੇ ਵਿੱਚ ਜਾ ਕੇ ਮੁਗਲ ਬਾਦਸ਼ਾਹ ਵਿਲੀਅਮ ਹੈਮਿਲਟਨ ਨੂੰ ਦੇ ਕਹਿਣ ਅਨੁਸਾਰ ਈਸਟ ਇੰਡੀਆ ਕੰਪਨੀ ਨੂੰ ਇਹ ਅਧਿਕਾਰ ਦੇ ਦਿੰਦੀ ਹੈ। ਮੁਗਲ ਬਾਦਸ਼ਾਹ ਇਸ ਬਿਮਾਰੀ ਤੋਂ ਲੰਬੇ ਸਮੇਂ ਤੋਂ ਪੀੜਤ ਸੀ। ਉਸ ਦੀ ਆਪਣੀ ਬੇਟੀ ਦਾ ਵਿਆਹ ਤੱਕ ਨਹੀਂ ਹੋ ਰਿਹਾ ਸੀਗਾ ਕਿਉਂਕਿ ਉਸ ਦੇ ਦਰਦ ਬਹੁਤ ਜ਼ਿਆਦਾ ਹੁੰਦਾ ਸੀ। ਸੋ ਉਸ ਬਿਮਾਰੀ ਤੋਂ ਛੋਟ ਮਿਲਣ ਤੇ ਈਸਟ ਇੰਡੀਆ ਕੰਪਨੀ ਨੂੰ ਬੰਗਾਲ, ਬਿਹਾਰ ਅਤੇ ਉੜੀਸਾ ਵਿੱਚ ਹੋਰ ਕੋਈ ਵੀ ਕਰ ਦੇਣ ਤੋਂ ਛੋਟ ਮਿਲ ਗਈ। ਸੋ ਇੱਕ ਬਹੁਤ ਵੱਡਾ ਇਤਿਹਾਸਕ ਪੜਾਅ ਹੈ ਭਾਰਤ ਦੇ ਇਤਿਹਾਸ ਵਿੱਚ। ਉਸ ਤੋਂ ਬਾਅਦ ਵਿੱਚ 1757 ਵਿੱਚ ਪਲਾਸੀ ਦੀ ਲੜਾਈ ਹੁੰਦੀ ਹੈ, ਜਿਸ ਦੇ ਵਿੱਚ ਇੱਕ ਪਾਸੇ ਬੰਗਾਲ ਦਾ ਨਵਾਬ ਸਿਰਾਜੁੱਦੌਲਾ ਅਤੇ ਰਾਬਰਟ ਕਲਾਈਵ ਦੂਸਰੇ ਪਾਸੇ ਹਨ। ਇਸ ਲੜਾਈ ਦੇ ਵਿੱਚ ਰਾਬਰਟ ਕਲਾਈਵ ਦੀ ਜਿੱਤ ਹੁੰਦੀ ਹੈ ਅਤੇ ਜੋ ਬੰਗਾਲ ਦਾ ਨਵਾਬ ਹੈ ਉਸ ਦੀ ਹਾਰ ਹੋ ਜਾਂਦੀ ਹੈ। ਇਹ ਲੜਾਈ 23 ਜੂਨ 1757 ਨੂੰ ਹੁੰਦੀ ਹੈ। ਇਸ ਲੜਾਈ ਦੇ ਨਾਲ ਭਾਰਤ ਦੇ ਵਿੱਚ ਅੰਗਰੇਜ਼ਾਂ ਦੀ ਰਾਜਨੀਤਿਕ ਅਤੇ ਆਰਥਿਕ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਹੈ ਜੋ ਉਹ ਸ਼ੁਰੂ ਹੋ ਜਾਂਦੀ ਹੈ। ਉਸ ਤੋਂ ਬਾਅਦ ਇੱਕ ਹੋਰ ਘਟਨਾ ਵਾਪਰਦੀ ਹੈ, ਬਕਸਰ ਦੀ ਲੜਾਈ, ਜਿਸ ਦੇ ਵਿੱਚ ਇੱਕ ਪਾਸੇ ਅੰਗਰੇਜ਼ੀ ਸੈਨਾ ਜਿਸ ਦਾ ਮੁੱਖ ਅਧਿਕਾਰੀ ਮੇਜਰ ਮੁਨਰੋ ਹੈ, ਦੂਸਰੇ ਪਾਸੇ 3 ਜਣਿਆਂ ਦੀਆਂ ਸੈਨਾਵਾਂ ਹਨ। ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜਾ ਜੋ ਉਸ ਸਮੇਂ ਅਵਧ ਦੇ ਵਿੱਚ ਆਇਆ ਹੋਇਆ ਸੀ, ਉਸ ਦੇ ਨਾਲ ਅਵਧ ਦਾ ਨਵਾਬ ਸੁਜਾ-ਉਦ-ਦੌਲਾ ਅਤੇ ਤੀਸਰਾ ਬੰਗਾਲ ਦਾ ਨਵਾਬ ਮੀਰ ਕਾਸਮ। ਇਹਨਾਂ ਤਿੰਨਾਂ ਦੀ ਫੌਜ ਇੱਕ ਪਾਸੇ ਅਤੇ ਮੇਜਰ ਮੁਨਰੋ ਦੀ ਫੌਜ ਇੱਕ ਪਾਸੇ ਉਸ ਪੁਆਇੰਟ ਤੇ ਬਕਸਰ ਦੀ ਲੜਾਈ ਹੁੰਦੀ ਹੈ 1764 ਦੇ ਵਿੱਚ। ਬਕਸਰ ਦੀ ਲੜਾਈ ਦੇ ਵਿੱਚ ਅੰਗਰੇਜ਼ ਜਿੱਤ ਜਾਂਦੇ ਹਨ ਅਤੇ ਤਿੰਨੋਂ ਹੀ ਹਾਰ ਜਾਂਦੇ ਹਨ। ਇਹ ਬਹੁਤ ਵੱਡੀ ਇੱਕ ਘਟਨਾ ਵਾਪਰਦੀ ਹੈ ਜਿਸ ਨੇ ਭਾਰਤ ਦੇ ਇਤਿਹਾਸ ਨੂੰ ਇੱਕ ਨਵਾਂ ਅਧਿਆਇ ਦਿੱਤਾ। ਅੰਗਰੇਜ਼ਾਂ ਦੇ ਪੈਰ ਪੱਕੇ ਤੌਰ ਦੇ ਉੱਤੇ ਭਾਰਤ ਦੇ ਵਿੱਚ ਲਗਾ ਦਿੱਤੇ। ਅੰਗਰੇਜ਼ਾਂ ਦੀ ਜੋ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਪਕੜ ਸੀ ਉਹ ਸਾਡੇ ਦੇਸ਼ ਦੇ ਵਿੱਚ ਬਣਨ ਲੱਗ ਪਈ। ਇਸ ਦੇ ਕੀ ਸਿੱਟੇ ਨਿਕਲੇ? ਅੰਗਰੇਜ਼ ਜਿੱਤ ਗਏ ਤੇ ਮੀਰ ਕਾਸਮ ਸੀਗਾ ਜਿਹੜਾ ਉਹ ਮੈਦਾਨ ਛੱਡ ਕੇ ਭੱਜ ਗਿਆ, ਉਹ ਹੱਥ ਨਹੀਂ ਲੱਗਿਆ। ਪਿੱਛੇ 2 ਜਣੇ ਬਚੇ, ਅਵਧ ਦਾ ਨਵਾਬ ਅਤੇ ਦੂਸਰਾ ਮੁਗਲ ਬਾਦਸ਼ਾਹ। ਇਹਨਾਂ ਦੋਵਾਂ ਦੇ ਨਾਲ ਇਲਾਹਾਬਾਦ ਦੀ ਸੰਧੀ ਹੋਈ। ਮਿਤੀ ਸੀ 12 ਅਗਸਤ 1765। ਇਸ ਸੰਧੀ ਦੇ ਵਿੱਚ ਕੀ ਹੋ ਰਿਹਾ ਹੈ? ਇਸ ਸੰਧੀ ਦੇ ਅਨੁਸਾਰ ਸੁਜਾ-ਉਦ-ਦੌਲਾ ਜਿਹੜਾ ਅਵਧ ਦਾ ਨਵਾਬ ਸੀਗਾ, ਕਿਉਂਕਿ ਉਹ ਹਾਰ ਚੁੱਕਿਆ ਸੀਗਾ, ਅਵਧ ਉਸ ਨੂੰ ਦੁਬਾਰਾ ਵਾਪਸ ਚਾਹੀਦਾ ਹੈ, ਤਾਂ
ਉਸ ਨੂੰ ਉਸ ਦੇ ਬਦਲੇ 50 ਲੱਖ ਰੁਪਏ ਦੇਣੇ ਪਏ ਅਤੇ ਅੰਗਰੇਜ਼ਾਂ ਨੂੰ ਵਪਾਰਕ ਸਹੂਲਤਾਂ ਦੇਣੀਆਂ ਪਈਆਂ ਅਬਦ ਦੇ ਵਾਸਤੇ। ਇਸ ਦੇ ਨਾਲ ਜੋ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਸਰਾ ਹੈ, ਉਸ ਨੂੰ 26 ਲੱਖ ਰੁਪਏ ਸਾਲਾਨਾ ਇੱਕ ਟੈਕਸ ਦੇਣਾ ਹੈ ਅੰਗਰੇਜ਼ਾਂ ਨੇ, ਅਤੇ ਉਸ ਦੇ ਬਦਲੇ ਬੰਗਾਲ, ਬਿਹਾਰ, ਉੜੀਸਾ ਦੀ ਦੀਵਾਨੀ ਦਾ ਅਧਿਕਾਰ ਪ੍ਰਾਪਤ ਹੋ ਜਾਂਦਾ ਹੈ। ਦੀਵਾਨੀ ਤੋਂ ਭਾਵ ਮਾਲੀਆ ਇਕੱਠਾ ਕਰਨ ਦਾ ਅਧਿਕਾਰ ਪ੍ਰਾਪਤ ਹੋ ਜਾਂਦਾ ਹੈ। ਉਸ ਸਮੇਂ ਆਮਦਨ ਦਾ ਮੁੱਖ ਸਾਧਨ ਦੀਵਾਨੀ ਸੀ, ਮਾਲੀਆ ਸੀ। ਮਾਲੀਆ ਕੀ ਹੈ? ਖੇਤੀ ਕਰਨ ਦੇ ਵਾਸਤੇ ਜ਼ਮੀਨ ਵਰਤੀ ਜਾਂਦੀ ਸੀ। ਖੇਤੀ ਹੋਣ ਤੋਂ ਬਾਅਦ ਜਦੋਂ ਫਸਲ ਪੱਕ ਜਾਂਦੀ ਸੀ ਤਾਂ ਉਸ ਦਾ ਇੱਕ ਹਿੱਸਾ ਸਰਕਾਰ ਨੂੰ ਦੇਣਾ ਹੁੰਦਾ ਸੀ, ਜਿਸ ਨੂੰ ਮਾਲੀਆ ਕਿਹਾ ਜਾਂਦਾ ਸੀ। ਉਹ ਨਕਦੀ ਰੂਪ ਵਿੱਚ ਵੀ ਹੋ ਸਕਦਾ ਸੀ ਅਤੇ ਉਹ ਫਸਲ ਦੇ ਰੂਪ ਵਿੱਚ ਵੀ ਹੋ ਸਕਦਾ ਸੀ। ਸੋ ਅੰਗਰੇਜ਼ਾਂ ਨੂੰ ਇਹ 3 ਵੱਡੇ ਇਲਾਕੇ ਸਨ ਜਿਹੜੇ ਬੰਗਾਲ, ਬਿਹਾਰ, ਉੜੀਸਾ ਅਤੇ ਤਿੰਨੋਂ ਉਪਜਾਊ ਇਲਾਕੇ, ਉਹਨਾਂ ਦਾ ਮਾਲੀਆ ਇਕੱਠਾ ਕਰਨ ਦਾ, ਦੀਵਾਨੀ ਇਕੱਠਾ ਕਰਨ ਦਾ ਅਧਿਕਾਰ ਮੁਗਲ ਬਾਦਸ਼ਾਹ ਵੱਲੋਂ ਦੇ ਦਿੱਤਾ ਜਾਂਦਾ ਹੈ। ਸੋ ਇਹ ਇੱਕ ਬਹੁਤ ਵੱਡੀ ਘਟਨਾ ਸੀ ਬਕਸਰ ਦੀ ਲੜਾਈ ਦੀ ਜੋ ਸੰਧੀ ਹੋਈ। ਉਸ ਸੰਧੀ ਤੋਂ ਬਾਅਦ ਦੇ ਵਿੱਚ ਜੋ ਇਹ ਤੁਸੀਂ ਤਸਵੀਰ ਦੇਖ ਰਹੇ ਹੋ, ਇਸ ਦੇ ਵਿੱਚ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜਾ ਅੰਗਰੇਜ਼ ਅਧਿਕਾਰੀ ਨੂੰ ਆਪਣੇ ਦਸਤਖਤ ਕੀਤੇ ਹੋਏ ਕਾਗਜ਼ ਦੇ ਰਿਹਾ ਹੈ, ਜਿਸ ਦੇ ਤਹਿਤ ਉਹਨਾਂ ਨੂੰ ਬੰਗਾਲ, ਬਿਹਾਰ ਅਤੇ ਉੜੀਸਾ ਦੇ ਵਿੱਚ ਦੀਵਾਨੀ ਦਾ ਅਧਿਕਾਰ ਮਿਲ ਰਿਹਾ ਹੈ। ਅਤੇ ਤੁਸੀਂ ਪੂਰੀ ਫੋਟੋ ਨੂੰ ਧਿਆਨ ਨਾਲ ਵੇਖੋ, ਇੱਕ ਪਾਸੇ ਅੰਗਰੇਜ਼ ਅਧਿਕਾਰੀ ਖੜੇ ਹਨ, ਦੂਸਰੇ ਪਾਸੇ ਬਾਦਸ਼ਾਹ ਦੇ ਅਧਿਕਾਰੀ ਖੜੇ ਹਨ ਅਤੇ ਲੋਕ ਆਪਸ ਦੇ ਵਿੱਚ ਘੁਸਰ ਮੁਸਰ ਵੀ ਕਰ ਰਹੇ ਹਨ, ਸ਼ਾਇਦ ਕੋਈ ਗੱਲਬਾਤ ਕਰ ਰਹੇ ਹਨ। ਕੀ ਹੋ ਰਿਹਾ ਹੈ? ਇੱਕ ਤਰਫ ਅੰਗਰੇਜ਼ ਉਹਨਾਂ ਦੇ ਝੰਡੇ, ਦੂਸਰੀ ਤਰਫ ਭਾਰਤੀ ਉਹਨਾਂ ਦੇ ਝੰਡੇ। ਸੋ ਇਹ ਇਲਾਹਾਬਾਦ ਦੀ ਸੰਧੀ ਦੀ ਉਹ ਤਸਵੀਰ ਕਿਸੇ ਪੇਂਟਰ ਵੱਲੋਂ ਬਣਾਈ ਗਈ ਹੈ। ਇਸ ਤੋਂ ਬਾਅਦ ਦੇ ਵਿੱਚ ਅਗਲਾ ਜਿਹੜਾ ਸਾਡਾ ਸਟੈਪ ਹੈ ਉਹ ਹੈ ਬੰਗਾਲ ਦੀ ਦੋਹਰੀ ਸ਼ਾਸਨ ਵਿਵਸਥਾ। ਬੰਗਾਲ ਦੀ ਦੋਹਰੀ ਸ਼ਾਸਨ ਵਿਵਸਥਾ ਕੀ ਸੀ? ਆਪਾਂ ਇਸ ਨਕਸ਼ੇ ਨੂੰ ਧਿਆਨ ਨਾਲ ਵੇਖੀਏ ਤਾਂ ਇਹ ਭਾਰਤ ਦਾ, ਮੱਧ ਭਾਰਤ ਦਾ ਨਕਸ਼ਾ ਹੈ, ਜਿਸ ਦੇ ਵਿੱਚ ਅਵਧ, ਬੰਗਾਲ, ਬਿਹਾਰ, ਉੜੀਸਾ ਤੁਹਾਨੂੰ ਵਿਖਾਏ ਗਏ ਹਨ। ਇਸ ਦੇ ਵਿੱਚ ਅਸੀਂ ਵੇਖੀਏ ਤਾਂ ਬੰਗਾਲ, ਬਿਹਾਰ ਅਤੇ ਉੜੀਸਾ ਦਾ ਜੋ ਅਧਿਕਾਰ ਸੀਗਾ ਉਹ ਅੰਗਰੇਜ਼ਾਂ ਕੋਲੇ ਆ ਗਿਆ ਸੀਗਾ। ਤਾਂ ਅੰਗਰੇਜ਼ਾਂ ਦੇ ਅਧਿਕਾਰ ਪ੍ਰਾਪਤ ਹੋਣ ਤੋਂ ਬਾਅਦ ਬੰਗਾਲ ਦੇ ਵਿੱਚ ਦੋਹਰੀ ਸ਼ਾਸਨ ਵਿਵਸਥਾ ਚੱਲ ਪਈ ਸੀ। ਹੁਣ ਇਹ ਦੋਹਰੀ ਸ਼ਾਸਨ ਵਿਵਸਥਾ ਕੀ ਸੀ, ਇਸ ਨੂੰ ਅਸੀਂ ਜਰਾ ਸਮਝਣਾ ਹੈ। ਬੰਗਾਲ ਦੇ ਉੱਤੇ 2 ਜਾਣਿਆਂ ਦਾ ਰਾਜ ਹੋ ਰਿਹਾ ਹੈ, 2 ਜਾਣੇ ਮਿਲ ਕੇ ਰਾਜ ਕਰ ਰਹੇ ਹਨ, ਜਿਸ ਨੂੰ ਬੰਗਾਲ ਦੀ ਦੋਹਰੀ ਸ਼ਾਸਨ ਵਿਵਸਥਾ ਕਿਹਾ ਜਾਂਦਾ ਹੈ। ਉਹਨਾਂ ਦੋਵਾਂ ਦੇ ਪੱਖ ਅਲੱਗ-ਅਲੱਗ ਹਨ। ਜੋ ਨਵਾਬ ਹੈ ਉਸਨੇ ਕੀ ਦੇਖਣਾ ਹੈ? ਸਿਰਫ ਸਿਵਲ ਸ਼ਾਸਨ ਪ੍ਰਬੰਧ ਦੇਖਣਾ ਹੈ, ਆਪਣਾ ਰਾਜ ਭਾਗ ਵੇਖਣਾ ਹੈ, ਅਤੇ ਅੰਗਰੇਜ਼ਾਂ ਨੇ ਕੀ ਵੇਖਣਾ ਹੈ? ਲਗਾਨ ਅਤੇ ਸੈਨਿਕ ਪ੍ਰਬੰਧ। ਸੋ ਇਹ ਦੋਨੇ ਰਾਜ ਕਰ ਰਹੇ ਹਨ। ਨਵਾਬ ਨੇ ਆਪਣਾ ਸਿਵਲ ਪ੍ਰਬੰਧ ਵੇਖਣਾ ਹੈ, ਅੰਗਰੇਜ਼ਾਂ ਨੇ ਲਗਾਨ ਇਕੱਠਾ ਕਰਨਾ ਹੈ ਤੇ ਸੈਨਿਕ ਪ੍ਰਬੰਧ ਵੇਖਣਾ ਹੈ। ਤਾਂ ਇਹਨਾਂ ਦੋਨਾਂ ਦੇ ਵਿੱਚ ਤਾਕਤਵਰ ਕੌਣ ਹੋਇਆ? ਅੰਗਰੇਜ਼। ਉਹਨਾਂ ਦੇ ਕੋਲੇ ਆਰਥਿਕ ਪੱਖੋਂ ਲਗਾਨ ਵੀ ਆ ਰਿਹਾ, ਪੈਸਾ ਵੀ ਉਹਨਾਂ ਨੂੰ ਇਕੱਠਾ ਹੋ ਰਿਹਾ, ਤੇ ਫੌਜ ਜਿਹੜੀ ਰੱਖਣੀ ਹੈ ਉਹ ਵੀ ਉਹ ਰੱਖ ਰਹੇ ਨੇ। ਨਵਾਬ ਨੇ ਸਿਰਫ ਕੰਮ ਕਰਨਾ ਹੈ। ਸੋ ਇਹ ਬੰਗਾਲ ਦਾ ਦੋਹਰੀ ਸ਼ਾਸਨ ਵਿਵਸਥਾ ਸੀ ਜੋ 1765 ਤੋਂ 1772 ਈਸਵੀ ਤੱਕ ਚੱਲੀ, ਰਾਬਰਟ ਕਲਾਈਵ ਦੇ ਅਨੁਸਾਰ। ਸੋ ਅੱਜ ਆਪਾਂ ਨੇ ਆਪਣੇ ਪਾਠ ਦੇ ਵਿੱਚ ਇਹ ਪੈਰਾ ਹੈ ਜੋ ਉਹ ਪੜ੍ਹਿਆ ਹੈ। ਤੁਸੀਂ ਇਸ ਨੂੰ ਆਪਣੀ ਬੁੱਕ ਦੇ ਵਿੱਚੋਂ ਧਿਆਨ ਨਾਲ ਪੜ੍ਹਨਾ ਹੈ, ਤੁਹਾਨੂੰ ਇਹ ਸਾਰਾ ਪੈਰਾ ਸਮਝ ਆ ਜਾਏਗਾ। ਆਓ ਹੁਣ ਆਪਾਂ ਥੋੜੀ ਜਿਹੀ ਦੁਹਰਾਈ ਕਰੀਏ। ਇਸ ਦੁਹਰਾਈ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ 1608 ਦੇ ਵਿੱਚ ਕੈਪਟਨ ਹਾਕਿੰਸ ਜਹਾਂਗੀਰ ਦੇ ਦਰਬਾਰ ਵਿੱਚ ਪੇਸ਼ ਹੋ ਰਿਹਾ ਹੈ। 1608 ਦੇ ਵਿੱਚ ਈਸਟ ਇੰਡੀਆ ਕੰਪਨੀ ਨੂੰ ਫੈਕਟਰੀ ਲਾਉਣ ਦੀ ਇਜਾਜ਼ਤ ਮਿਲ ਜਾਂਦੀ ਹੈ। 1613 ਦੇ ਵਿੱਚ ਫੈਕਟਰੀ ਲੱਗ ਜਾਂਦੀ ਹੈ। 1615 ਦੇ ਵਿੱਚ ਜਾ ਕੇ ਵਪਾਰ ਕਰਨ ਦੀ ਇਜਾਜ਼ਤ ਮਿਲ ਜਾਂਦੀ ਹੈ ਸੂਰਤ ਦੇ ਵਿੱਚ। 1640 ਵਿੱਚ ਮਦਰਾਸ ਦੇ ਵਿੱਚ ਬਸਤੀ ਸਥਾਪਿਤ ਹੁੰਦੀ ਹੈ। 1690 ਦੇ ਵਿੱਚ ਕਲਕੱਤੇ ਦੇ ਵਿੱਚ ਬਸਤੀ ਸਥਾਪਿਤ ਹੁੰਦੀ ਹੈ। ਫਿਰ 1717 ਨੂੰ ਈਸਟ ਇੰਡੀਆ ਕੰਪਨੀ ਨੂੰ ਬੰਗਾਲ, ਬਿਹਾਰ ਅਤੇ ਉੜੀਸਾ ਇਹਨਾਂ ਦੀ ਦੀਵਾਨੀ ਦਾ ਅਧਿਕਾਰ, ਇਹਨਾਂ ਦਾ ਵਪਾਰ ਕਰਨ ਦਾ ਅਧਿਕਾਰ ਇਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਕਿਸ ਤੋਂ ਪ੍ਰਾਪਤ ਹੁੰਦਾ ਸੀ ਇਹ? ਮੁਗਲ ਬਾਦਸ਼ਾਹ ਫਰੁਖਸ਼ੀਰ ਤੋਂ।
ਫਿਰ ਪਲਾਸੀ ਦੀ ਲੜਾਈ ਹੁੰਦੀ ਹੈ 1757 ਦੇ ਵਿੱਚ। ਉਸ ਤੋਂ ਬਾਅਦ ਬਕਸਰ ਦੀ ਲੜਾਈ ਹੋ ਰਹੀ ਹੈ 1764 ਦੇ ਵਿੱਚ। ਬੰਗਾਲ ਦੀ ਦੂਰੀ ਸ਼ਾਸਨ ਵਿਵਸਥਾ ਚੱਲਦੀ ਹੈ 1765 ਤੋਂ 1772 ਤੱਕ। ਸੋ ਆਪਾਂ ਨੇ ਇਹ 172 ਸਾਲਾਂ ਦਾ ਪੀਰੀਅਡ ਹੈ ਜਿਹੜਾ ਉਹ ਅੱਜ ਇਸ ਟੌਪਿਕ ਦੇ ਵਿੱਚ ਡਿਸਕਸ ਕੀਤਾ ਹੈ। ਆਪਾਂ ਇਸ ਟੌਪਿਕ ਦੇ ਵਿੱਚ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਕਿਸ ਤਰੀਕੇ ਨਾਲ ਭਾਰਤ ਦੇ ਵਿੱਚ ਪਹੁੰਚੀ, ਇੱਕ ਵਪਾਰੀ ਦੇ ਤੌਰ ਤੇ ਪਹੁੰਚੀ ਅਤੇ ਫਿਰ ਇੱਥੇ ਉਹ ਇੱਕ ਅਧਿਕਾਰੀ ਬਣ ਗਈ, ਰਾਜ ਭਾਗ ਉਹਨਾਂ ਕੋਲੇ ਆ ਗਿਆ ਅਤੇ ਉਹਨਾਂ ਦੇ ਕੋਲੇ ਸੈਨਿਕ ਪ੍ਰਬੰਧ ਆ ਗਿਆ। ਸੋ ਅੱਜ ਦੇ ਟੌਪਿਕ ਵਿੱਚ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰਾ ਸਮਝ ਆ ਗਿਆ ਹੋਵੇਗਾ ਅਤੇ ਇਸ ਦੇ ਵਾਸਤੇ ਹੁਣ ਤੁਸੀਂ ਆਪਣੀ ਕਿਤਾਬ ਵੀ ਪੜ੍ਹਨੀ ਹੈ। ਉਸ ਦੇ ਨਾਲ ਸੰਬੰਧਿਤ ਜੋ ਵੀ ਪ੍ਰਸ਼ਨ ਉੱਤਰ ਤੁਹਾਨੂੰ ਕਿਤਾਬ ਵਿੱਚ ਪੁੱਛੇ ਗਏ ਹਨ, ਪਾਠਕ੍ਰਮ ਵਿੱਚ ਪੁੱਛੇ ਗਏ ਹਨ, ਉਹ ਜ਼ਰੂਰ ਤੁਸੀਂ ਨੇ ਦੱਸਣੇ ਹਨ। ਇਸ ਦੇ ਨਾਲ ਹੀ ਤੁਸੀਂ ਨੇ ਕਾਪੀ ਉੱਤੇ ਜੋ ਵੀ ਕੁਝ ਨੋਟ ਕੀਤਾ ਹੋਇਆ ਹੈ ਉਹ ਵੀ ਪੜ੍ਹਨਾ ਹੈ, ਉਸ ਨੂੰ ਵੀ ਦੁਹਰਾਈ ਕਰਨੀ ਹੈ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ।